ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 9th ਕਲਾਸ ਦੀ ਮੈਥ ਦਾ ਚੈਪਟਰ ਨੰਬਰ 5 ਇੰਟਰੋਡਕਸ਼ਨ ਟੂ ਯੂਕਲਿਡ ਜਿਓਮੈਟਰੀ ਸਮਝਾਵਾਂਗੀ। ਮੈਥ ਦਾ 5ਵਾਂ ਚੈਪਟਰ। ਬੱਚਿਓ, ਇਸ ਦਾ ਸਭ ਤੋਂ ਪਹਿਲੇ ਮੀਨਿੰਗ ਸਮਝ ਲੈਂਦੇ ਹਾਂ ਕਿ ਜਿਓਮੈਟਰੀ ਕੀ ਹੈ। ਜਿਓਮੈਟਰੀ ਇੱਕ ਮੈਥ ਦੀ ਇਹੋ ਜਿਹੀ ਬ੍ਰਾਂਚ ਹੈ ਜਿਹਦੇ ਵਿੱਚ ਅਸੀਂ ਵੱਖ-ਵੱਖ ਡਾਇਗਰਾਮਸ ਦੇ ਬਾਰੇ ਸਮਝਦੇ ਹਾਂ। ਤੁਸੀਂ ਸੁਣਿਆ ਹੋਏਗਾ ਪੁਆਇੰਟ, ਲਾਈਨ, ਰੇ, ਲਾਈਨ ਸੈਗਮੈਂਟ, ਟਰਾਇੰਗਲਸ ਦੇ ਬਾਰੇ ਪੜ੍ਹਦੇ ਹਾਂ, ਚਤੁਰਭੁਜਾਵਾਂ ਦੇ ਬਾਰੇ ਪੜ੍ਹਦੇ ਹਾਂ, ਜਿਹਦੇ ਵਿੱਚ ਅਸੀਂ ਜਿਓਮੈਟਰੀ ਨੂੰ ਯੂਜ਼ ਕਰਦੇ ਹਾਂ। ਜਿਹੜਾ ਆਪਣਾ ਜਿਓਮੈਟਰੀ ਬਾਕਸ ਹੈ ਉਸ ਨੂੰ ਅਸੀਂ ਯੂਜ਼ ਕਰਦੇ ਹਾਂ। ਐਕਚੁਅਲੀ ਜਿਓਮੈਟਰੀ ਦਾ ਜਿਹੜਾ ਮੀਨਿੰਗ ਹੈ ਉਹ ਦੋ ਵਰਡਸ ਤੋਂ ਮਿਲ ਕੇ ਬਣਿਆ ਹੋਇਆ ਹੈ, ਜੀਓ ਤੇ ਮੈਟਰੀਅਨ। ਜੀਓ ਦਾ ਮਤਲਬ ਹੈ ਧਰਤੀ ਤੇ ਮੈਟਰੀਅਨ ਦਾ ਮਤਲਬ ਹੈ ਮਾਪਣਾ। ਇਹਦਾ ਮਤਲਬ ਹੈ ਇਹ ਜਿਹੜਾ ਟੌਪਿਕ ਹੈ ਇਹ ਉਦੋਂ ਦਾ ਹੈ ਜਦੋਂ ਦੀ ਧਰਤੀ ਹੋਂਦ ਵਿੱਚ ਆਈ, ਕਿਉਂਕਿ ਜਦੋਂ ਧਰਤੀ ਹੋਂਦ ਵਿੱਚ ਆਈ ਫਿਰ ਪੜ੍ਹੇ ਲਿਖੇ ਇਨਸਾਨਾਂ ਨੇ, ਸਾਇੰਟਿਸਟ ਨੇ ਧਰਤੀ ਨੂੰ ਕੁਝ ਮਾਪਣਾ ਸ਼ੁਰੂ ਕੀਤਾ, ਉਹਨਾਂ ਦੇ ਮਾਪ ਲੈਣੇ ਸ਼ੁਰੂ ਕੀਤੇ। ਇਹਦਾ ਮਤਲਬ ਜਿਓਮੈਟਰੀ ਜਿਹੜਾ ਹੈ ਬਹੁਤ ਹੀ ਪੁਰਾਣਾ, ਸਦੀਆਂ ਤੋਂ ਚੱਲਦਾ ਆ ਰਿਹਾ ਟੌਪਿਕ ਹੈ। ਹੁਣ ਜਿਓਮੈਟਰੀ ਜਿਹੜੀ ਸੀ ਬੱਚਿਓ, ਵੱਖ-ਵੱਖ ਵਿਗਿਆਨੀਆਂ ਨੇ ਆਪਣੇ ਆਪਣੇ ਤਰੀਕੇ ਨਾਲ ਸਾਬਿਤ ਕੀਤੀ। ਉਹਨਾਂ ਨੂੰ ਵੱਖ-ਵੱਖ ਥਿਊਰਮ ਸੀਗੀਆਂ। ਜਿਸ ਤਰ੍ਹਾਂ ਤੁਸੀਂ ਵਿਗਿਆਨੀਆਂ ਦਾ ਨਾਮ ਸੁਣਿਆ ਹੋਏਗਾ ਮੈਥੇਮੈਟੀਸ਼ੀਅਨਸ ਦਾ, ਜਿਵੇਂ ਕਿ ਥੇਲਸ ਥਿਊਰਮ ਪੜ੍ਹੋਗੇ ਤੁਸੀਂ 10th ਕਲਾਸ ਦੇ ਵਿੱਚ। ਉਸ ਤੋਂ ਬਾਅਦ ਪਾਈਥਾਗੋਰਸ, ਇਹ ਵੀ ਇੱਕ ਮੈਥ ਦਾ ਬਹੁਤ ਹੀ, ਵੈਸੇ ਤਾਂ ਸਾਇੰਟਿਸਟ ਸੀਗਾ ਲੇਕਿਨ ਮੈਥ ਦੇ ਉੱਪਰ ਵੀ ਇਸਨੇ ਬਹੁਤ ਜ਼ਿਆਦਾ ਕੰਮ ਕੀਤਾ, ਪਾਈਥਾਗੋਰਸ ਨੇ। ਉਸ ਤੋਂ ਬਾਅਦ ਪਾਈਥਾਗੋਰਸ ਦੇ ਜਿਹੜੇ ਕੁਝ ਸਾਥੀ ਸੀਗੇ, ਕੁਲੀਗ ਸੀਗੇ, ਉਹਨਾਂ ਨੇ ਵੀ ਜਿਓਮੈਟਰੀ ਦੇ ਉੱਪਰ ਬਹੁਤ ਜ਼ਿਆਦਾ ਕੰਮ ਕੀਤਾ। ਲੇਕਿਨ ਜਦੋਂ ਯੂਕਲਿਡ ਕੀ ਸੀ? ਇੱਕ ਪਰਸਨ ਸੀ ਉਸ ਟਾਈਮ ਤੇ, ਇੱਕ ਇਹੋ ਜਿਹਾ ਪਰਸਨ ਜੋ ਸਕੂਲ ਦੇ ਵਿੱਚ ਮੈਥ ਟੀਚਰ ਸੀਗੇ, ਗਣਿਤ ਦੇ ਅਧਿਆਪਕ ਸੀਗੇ। ਉਹਨਾਂ ਨੂੰ ਜਦੋਂ ਮੈਥ ਪੜ੍ਹਾਉਣਾ ਪੈਂਦਾ ਸੀਗਾ ਤੇ ਉਹਨਾਂ ਨੂੰ ਆਪਣੀਆਂ ਗੱਲਾਂ ਕਹਿਣ ਵਾਸਤੇ ਬੜੀਆਂ ਸਾਰੀਆਂ ਕਿਤਾਬਾਂ ਨੂੰ ਫੋਲਣਾ ਪੈਂਦਾ ਸੀਗਾ, ਬੜੀ ਸਾਰੀ ਬੱਚਿਓ ਸਰਚ ਕਰਨੀ ਪੈਂਦੀ ਸੀਗੀ, ਕਿਉਂਕਿ ਅਲੱਗ-ਅਲੱਗ ਜਿਓਮੈਟਰੀ ਦੇ ਵਿੱਚ ਵਿਗਿਆਨੀਆਂ ਨੇ ਅਲੱਗ-ਅਲੱਗ ਗੱਲਾਂ ਕੀਤੀਆਂ ਹੋਈਆਂ ਸੀਗੀਆਂ। ਫਿਰ ਇਹਨਾਂ ਨੇ ਕੀ ਕੀਤਾ, ਇਸ ਯੂਕਲਿਡ ਨੇ ਇੱਕ ਗ੍ਰੰਥ ਤਿਆਰ ਕੀਤਾ, ਮੈਥ ਦਾ ਇੱਕ ਗ੍ਰੰਥ, ਇੱਕ ਵੱਡੀ ਜੀ ਮੋਟੀ ਜੀ ਕਿਤਾਬ, ਜਿਹਦਾ ਨਾਮ ਰੱਖਿਆ ਐਲੀਮੈਂਟਸ, ਜਿਹਦੇ ਵਿੱਚ ਵੱਖਰੇ ਵੱਖਰੇ ਸਾਇੰਟਿਸਟ ਦੀਆਂ ਕਈਆਂ ਗੱਲਾਂ ਨੂੰ, ਥਿਊਰਮਸ ਨੂੰ ਇਸ ਬੁੱਕ ਦੇ ਵਿੱਚ ਲਿਖਿਆ, ਤਾਂ ਬਿਲਕੁਲ ਤਰਤੀਬਵਾਰ ਲਿਖਿਆ। ਹੁਣ ਲਿਖਦਿਆਂ ਇਹ ਜਿਹੜਾ ਐਲੀਮੈਂਟਸ ਨਾਮ ਦਾ ਗ੍ਰੰਥ ਸੀਗਾ ਮੈਥ ਦਾ, ਇੰਨਾ ਕੁ ਵੱਡਾ ਹੋ ਗਿਆ ਕਿ ਇਹਦੇ ਅੰਦਰ 13 ਜਿਹੜੇ ਚੈਪਟਰ ਸੀਗੇ, ਉਹ 13 ਚੈਪਟਰਸ ਦੇ ਹੁਣ ਬੱਚਿਓ 13 ਵੱਖੋ ਵੱਖਰੀਆਂ ਕਿਤਾਬਾਂ ਬਣ ਚੁੱਕੀਆਂ ਨੇ, ਬੁੱਕਸ ਬਣ ਚੁੱਕੀਆਂ ਨੇ। ਇਹਦਾ ਮਤਲਬ ਦੇਖੋ ਇਹਦੀ ਜਿਓਮੈਟਰੀ ਜਿਹੜੀ ਕਿੰਨੀ ਜ਼ਿਆਦਾ ਫੇਮਸ ਹੋਈ। ਵੈਸੇ ਸਾਇੰਟਿਸਟ ਨੇ ਪਹਿਲੇ ਹੀ 300 ਈਸਵੀ ਪਹਿਲਾਂ ਹੀ ਜਿਓਮੈਟਰੀ ਦੀ ਖੋਜ ਕਰ ਚੁੱਕੇ ਸੀਗੇ, ਲੇਕਿਨ ਉਹਨਾਂ ਨੇ ਵੱਖਰੀਆਂ ਆਪਣੇ ਅਕੋਰਡਿੰਗ ਬੋਲਿਆ। ਲੇਕਿਨ ਇਹਨਾਂ ਨੇ ਕੀ ਕੀਤਾ, ਉਹਨਾਂ ਸਾਰੀਆਂ ਧਾਰਨਾਵਾਂ ਨੂੰ ਇਕੱਠਾ ਕਰਕੇ ਇੱਕ ਬੁੱਕ ਦੇ ਵਿੱਚ ਪਰੋ ਦਿੱਤਾ, ਐਲੀਮੈਂਟਸ ਨਾਮਕ ਇੱਕ ਬੁੱਕ, ਜਿਹੜੀ ਕਿ ਅੱਜ ਤੱਕ ਜਿਓਮੈਟਰੀ ਦੀ ਸਭ ਤੋਂ ਵੱਡੀ ਕਿਤਾਬ ਹੈ, ਜਿਸ ਨੂੰ ਮੈਥ ਦਾ ਇੱਕ ਵੱਡਾ ਗ੍ਰੰਥ ਕਿਹਾ ਜਾਂਦਾ ਹੈ। ਇਸ ਕਰਕੇ ਯੂਕਲਿਡ ਜਿਹੜਾ ਨਾਮ ਹੈ ਇਹ ਬਹੁਤ ਹੀ ਫੇਮਸ ਨਾਮ ਹੈ। ਇਹਦੇ ਨਾਮ ਤੇ ਹੀ ਜਿਓਮੈਟਰੀ ਜਿਹੜੀ ਚੱਲਦੀ ਹੈ। ਸਿੰਪਲ ਅਸੀਂ ਮੈਥ ਦੀ ਕਦੀ ਜਿਓਮੈਟਰੀ ਨਹੀਂ ਬੋਲਦੇ, ਅਸੀਂ ਹਮੇਸ਼ਾ ਬੋਲਦੇ ਹਾਂ ਯੂਕਲਿਡਸ ਜਿਓਮੈਟਰੀ, ਯੂਕਲਿਡ ਦੀ ਜਿਓਮੈਟਰੀ। ਬੇਸ਼ੱਕ ਕੁਝ ਵਿਗਿਆਨੀਆਂ ਨੇ ਬਾਅਦ ਵਿੱਚ ਯੂਕਲਿਡ ਦੇ ਕੁਝ ਜਿਹੜੀਆਂ ਪੋਸਟੂਲੇਟ ਸੀਗੇ, ਕੁਝ ਗੱਲਾਂ ਸੀਗੀਆਂ, ਕੁਝ ਕਥਨ ਜਾਂ ਸਟੇਟਮੈਂਟ ਸੀਗੀਆਂ, ਉਹਨਾਂ ਨੂੰ ਨਹੀਂ ਮੰਨਿਆ ਜਾਂ ਕੁਝ ਆਪਣੇ ਤਰੀਕੇ ਨਾਲ ਉੱਥੋਂ ਖੋਜ ਕੀਤੀ, ਕੁਝ ਨਵੀਆਂ ਚੀਜ਼ਾਂ ਵਿੱਚ ਐਡ ਕੀਤੀਆਂ। ਲੇਕਿਨ ਅੱਜ ਤੱਕ ਦੀ ਸਭ ਤੋਂ ਮਸ਼ਹੂਰ ਜਿਹੜੀ, ਸਭ ਤੋਂ ਪੋਪੂਲਰ ਜਿਹੜੀ ਜਿਓਮੈਟਰੀ ਹੈ ਉਹ ਹੈ ਯੂਕਲਿਡ ਦੀ ਜਿਓਮੈਟਰੀ। ਸਿਰਫ ਇਹ ਯੂਕਲਿਡ ਪਹਿਲੇ ਮੈਥ ਦੇ ਅਧਿਆਪਕ ਸੀਗੇ, ਹੁਣ ਉਹ ਸਾਇੰਟਿਸਟ ਦੇ ਵਜੋਂ ਜਾਣੇ ਜਾਂਦੇ ਹਨ। ਹੁਣ ਬੱਚਿਓ ਸਟਾਰਟ ਕਰਦੇ ਹਾਂ ਆਪਣਾ ਵਰਕਸ਼ੀਟ ਦਾ ਨੰਬਰ 1 ਕੁਐਸਚਨਸ। ਹੁਣ ਥੋੜ੍ਹਾ ਜਿਹਾ ਇੱਕ ਹੋਰ ਚੀਜ਼ ਜਾਣ ਲਓ, ਇਸ ਚੈਪਟਰ ਦੇ ਵਿੱਚ ਅਸੀਂ 2 ਵਰਡਸ ਪੜ੍ਹਾਂਗੇ, ਐਗਜ਼ੀਅਮਸ ਤੇ ਪੋਸਟੂਲੇਟਸ। ਐਗਜ਼ੀਅਮਸ ਦਾ ਮਤਲਬ ਹੁੰਦਾ ਸਵੈ ਸਿੱਧ, ਜਿਨ੍ਹਾਂ ਨੂੰ, ਇਹੋ ਜਿਹੀਆਂ ਗੱਲਾਂ ਜਿਨ੍ਹਾਂ ਨੂੰ ਦੁਬਾਰਾ ਸਿੱਧ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਇਹ ਪਹਿਲੇ ਹੀ ਸਿੱਧ ਨੇ। ਪੋਸਟੂਲੇਟ ਇਹੋ ਜਿਹੀਆਂ ਕਾਲਪਨਿਕ ਗੱਲਾਂ ਜਿਨ੍ਹਾਂ ਨੂੰ ਅਸਲ ਵਿੱਚ ਸਿੱਧ ਕੀਤਾ ਜਾ ਸਕਦਾ ਹੈ।
ਪਹਿਲੇ ਵੀ ਸਿੱਧ ਹਨ ਅਤੇ ਦੁਬਾਰਾ ਵੀ ਮਤਲਬ ਪ੍ਰੂਫ ਕੀਤਾ ਜਾ ਸਕਦਾ ਹੈ। ਪੋਸਟੂਲੇਟਸ ਮਤਲਬ ਦੁਬਾਰਾ ਅਸੀਂ ਉਹਨਾਂ ਨੂੰ ਸਟੇਟਮੈਂਟਸ ਨੂੰ ਸੱਚੀਆਂ ਗੱਲਾਂ ਨੂੰ ਅਸੀਂ ਅਪਣਾ ਸਕਦੇ ਹਾਂ। ਪੋਸਟੂਲੇਟ ਧਾਰਨਾ ਮੰਨ ਸਕਦੇ ਹਾਂ, ਮਤਲਬ ਮੂਲ ਧਾਰਨਾਵਾਂ, ਇਹਨਾਂ ਨੂੰ ਅਸੀਂ ਕਵਾਂਗੇ ਮੂਲ ਧਾਰਨਾਵਾਂ। ਤੇ ਯੂਕਲਿਡ ਨੇ 5 ਮੂਲ ਧਾਰਨਾਵਾਂ ਬਣਾਈਆਂ ਤੇ ਅਣਗਿਣਤ ਐਗਜ਼ੀਅਮ ਸੀਗੇ ਉਹਨਾਂ ਦੇ, ਬਹੁਤ ਜ਼ਿਆਦਾ ਐਗਜ਼ੀਅਮ, ਸਵੈ ਸਿੱਧ ਗੱਲਾਂ। ਜਿਵੇਂ ਕਿ ਇਹਨਾਂ ਦੀ ਜਿਹੜੀ ਪਹਿਲੀ ਕਿਤਾਬ ਸੀਗੀ ਨਾ, ਪਹਿਲੇ ਚੈਪਟਰ ਦੀ, ਜਿਹਨੂੰ ਅਸੀਂ ਪਹਿਲੀ ਕਿਤਾਬ ਦਾ ਹੀ ਨਾਮ ਦਿੱਤਾ, ਉਹਦੇ ਵਿੱਚ 23 ਪਰਿਭਾਸ਼ਾਵਾਂ ਸੀਗੀਆਂ। ਉਹਨਾਂ 23 ਦੇ ਵਿੱਚੋਂ 7 ਜਿਹੜੀਆਂ ਨੇ ਤੁਸੀਂ ਇਸ ਚੈਪਟਰ ਦੇ ਵਿੱਚ ਰੀਡ ਕਰੋਗੇ ਤੇ 5 ਪੋਸਟੂਲੇਟਸ ਨੂੰ ਇਸ ਚੈਪਟਰ ਦੇ ਵਿੱਚ ਪੜ੍ਹੋਗੇ। ਪਹਿਲਾ ਕੁਐਸਚਨ ਹੈ, ਇੱਕ ਬਿੰਦੂ ਉਹ ਹੁੰਦਾ ਹੈ ਜਿਸ ਦਾ ਕੋਈ ਭਾਗ ਨਹੀਂ ਹੁੰਦਾ। ਬੱਚਿਓ, ਬਿੰਦੂ ਕੀ ਹੈ? ਜਿੱਥੋਂ ਜਿਓਮੈਟਰੀ ਸਟਾਰਟ ਹੁੰਦੀ ਹੈ, ਜਿਹਦਾ ਹੋਰ ਫਰਦਰ ਅੱਗੇ ਕੋਈ ਵੀ ਭਾਗ ਨਹੀਂ ਹੁੰਦਾ। ਤੁਸੀਂ ਸੋਹਣਾ ਸੋਹਣਾ ਕਰਕੇ ਲਿਖਣਾ ਹੈ, ਭਾਗ ਜਾਂ ਪਾਰਟ। ਇੱਕ ਰੇਖਾ, ਇੱਕ ਰੇਖਾ ਕਿਹੋ ਜਿਹੀ ਹੁੰਦੀ ਹੈ? ਜਿਸ ਦੀ ਕੋਈ ਚੌੜਾਈ ਨਹੀਂ ਹੁੰਦੀ, ਮਤਲਬ ਚੌੜਾਈ ਰਹਿਤ ਇੱਕ ਲੰਬਾਈ ਹੁੰਦੀ ਹੈ, which has no breadth। ਸੈਕਿੰਡ ਕੁਐਸਚਨ, ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਇੱਕ ਡੈਸ਼ ਖਿੱਚੀ ਜਾ ਸਕਦੀ ਹੈ। ਸਿੱਧੀ ਰੇਖਾ, ਇੱਥੇ ਅਸੀਂ ਲਿਖਾਂਗੇ ਸਿੱਧੀ ਰੇਖਾ ਜਾਂ ਸਟ੍ਰੇਟ ਲਾਈਨ। ਰਾਈਟਿੰਗ ਤੁਸੀਂ ਸਾਫ਼-ਸਾਫ਼ ਬੱਚਿਓ ਕਰਿਓ। ਐਕਚੁਅਲੀ ਸਕਰੀਨ ਦੇ ਉੱਪਰ ਲਿਖਣਾ ਮੇਰੇ ਲਈ ਅੱਜ ਥੋੜਾ ਜਿਹਾ ਮੁਸ਼ਕਿਲ ਲੱਗ ਰਿਹਾ, ਇਸ ਕਰਕੇ ਸੈਕਿੰਡ ਕੁਐਸਚਨ ਕੀ ਹੈ? ਇੱਕ ਅਸਲ ਦੇ ਵਿੱਚ ਇਹ ਬੱਚਿਓ ਇੱਕ ਮੂਲ ਧਾਰਨਾ ਹੈ, ਕਿਸ ਦੀ? ਯੂਕਲਿਡ ਦੀ। ਔਰ ਇਹ ਕਿਹੜੀ ਮੂਲ ਧਾਰਨਾ ਹੈ? ਕਿ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਇੱਕ ਲਾਈਨ ਖਿੱਚੀ ਜਾ ਸਕਦੀ ਹੈ, ਇੱਕ ਸਿੱਧੀ ਲਾਈਨ ਖਿੱਚੀ ਜਾ ਸਕਦੀ ਹੈ। ਔਰ ਇੱਕ ਪਹਿਲੀ ਮੂਲ ਧਾਰਨਾ ਸੀਗੀ, ਇਹ ਯੂਕਲਿਡ ਦੀ ਫਸਟ ਪੋਸਟੂਲੇਟ ਹੈ, ਪਹਿਲੀ ਮੂਲ ਧਾਰਨਾ। ਅਗਲਾ ਕੁਐਸਚਨ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਸਾਰੇ ਸਮਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਇਹ ਵੀ ਯੂਕਲਿਡ ਦੀ ਚੌਥੀ ਮੂਲ ਧਾਰਨਾ ਹੈ। ਇਹਨੂੰ ਨੋਟ ਕਰੋ ਕਿ ਸਾਰੇ ਸਮਕੋਣ ਇੱਕ ਦੂਸਰੇ ਦੇ ਬਰਾਬਰ ਹੁੰਦੇ ਹਨ, ਬਿਲਕੁਲ ਸਹੀ ਸਟੇਟਮੈਂਟ ਹੈ। ਔਰ ਇਹ ਫੋਰਥ ਪੋਸਟੂਲੇਟ ਹੈ ਯੂਕਲਿਡ ਦਾ। ਇੱਕ ਸਮਤਲ ਸਤ੍ਹਾ ਤੇ ਅਨੰਤ ਸਿੱਧੀਆਂ ਰੇਖਾਵਾਂ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ। ਬਿਲਕੁਲ ਠੀਕ ਹੈ ਕਿ ਜਿਹੜੀ ਇੱਕ ਸਮਤਲ ਸਤ੍ਹਾ ਹੈ, ਇੱਕ ਪਲੇਨ ਏਰੀਆ ਹੈ, ਇੱਕ ਪਲੇਨ ਸਰਫੇਸ ਹੈ, ਉਹਦੇ ਤੇ ਅਸੀਂ ਕਿੰਨੀਆਂ ਲਾਈਨਾਂ ਜਿਹੜੀਆਂ ਡਰਾ ਕਰ ਸਕਦੇ ਹਾਂ, ਜਿਹੜੀ ਮਰਜ਼ੀ ਡਾਇਰੈਕਸ਼ਨ ਦੇ ਵਿੱਚ ਅਣਗਿਣਤ ਸਿੱਧੀਆਂ ਰੇਖਾਵਾਂ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਕਰਕੇ ਵੀ ਬੱਚਿਓ ਕੀ ਹੈ? ਇੱਕ ਰਾਈਟ ਸਟੇਟਮੈਂਟ ਹੈ। ਚੌਥਾ ਕੀ ਆਏਗਾ? ਸਹੀ। ਫਿਫਥ ਦੇਖੋ, ਫਿਫਥ ਕੀ ਹੈ? ਇੱਕ ਸਵੈ ਸਿੱਧ ਹੈ, ਐਗਜ਼ੀਅਮਸ ਹੈ, ਮਤਲਬ ਕਿ ਇਹ ਇੱਕ ਪਹਿਲੇ ਤੋਂ ਹੀ ਸਿੱਧ ਕੀਤੀ ਗਈ ਹੋਈ ਗੱਲ ਹੈ, ਇਹਨੂੰ ਦੁਬਾਰਾ ਪ੍ਰੂਫ ਕਰਨ ਦੀ ਲੋੜ ਨਹੀਂ ਹੈ। ਇੱਕ ਸੱਚੀ ਗੱਲ ਹੈ ਕਿ ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਹੁਣ ਪੂਰਨ ਮਤਲਬ ਜਿਹੜੀ ਪੂਰੀ ਚੀਜ਼ ਹੋਏਗੀ, ਭਾਗ ਮਤਲਬ ਉਹਦਾ ਛੋਟਾ ਜਿਹਾ ਹਿੱਸਾ, ਤੇ ਓਬਵੀਅਸਲੀ ਜਿਹੜਾ ਛੋਟਾ ਜਿਹਾ ਹਿੱਸਾ ਹੈਗਾ ਵਾ, ਉਹ ਪੂਰਨ ਜਿਹੜਾ ਉਹ ਵੱਡਾ ਹੋਵੇਗਾ ਉਹਦੇ ਛੋਟੇ ਹਿੱਸੇ ਨਾਲੋਂ। ਮਤਲਬ ਹੋਲ ਇਜ਼ ਗ੍ਰੇਟਰ ਦੈਨ ਪਾਰਟ, ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਜੇ ਦੋ ਬਰਾਬਰਾਂ ਨੂੰ ਬਰਾਬਰਾਂ ਵਿੱਚੋਂ ਘਟਾਈਏ ਤਾਂ ਬਾਕੀ ਫਿਰ ਬਰਾਬਰ ਮਿਲਦਾ ਹੈ, ਬਾਕੀ ਫਿਰ ਬਰਾਬਰ ਹੀ ਮਿਲਦਾ ਹੈ। ਇਹ ਵੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਐਗਜ਼ੀਅਮਸ ਹੈ, ਕਿਸ ਦਾ? ਯੂਕਲਿਡ ਦਾ, ਕਿ ਜੇਕਰ ਦੋ ਬਰਾਬਰ ਨੂੰ ਬਰਾਬਰਾਂ ਦੇ ਵਿੱਚੋਂ ਘਟਾਇਆ ਜਾਵੇ, ਇੱਕ ਕਥਨ ਕਹਿ ਸਕਦੇ ਹਾਂ, ਜਾਂ ਮੂਲ ਆਧਾਰਾਂ 'ਤੇ ਕੁਝ ਜਿਹੜੀਆਂ ਸਾਨੂੰ ਡੈਫੀਨੇਸ਼ਨਸ ਮਿਲਦੀਆਂ ਨੇ, ਕੁਝ ਗੱਲਾਂ ਨੇ ਕਿ ਬਰਾਬਰ ਦੇ ਵਿੱਚ ਬਰਾਬਰ ਜੋੜੀਏ ਤਾਂ ਉਹਦਾ ਜੋੜ ਫਿਰ ਬਰਾਬਰ ਹੁੰਦਾ ਹੈ, ਜੇ ਬਰਾਬਰਾਂ ਵਿੱਚੋਂ ਬਰਾਬਰ ਘਟਾਈਏ ਤਾਂ ਵੀ ਫਿਰ ਉਹ ਬਰਾਬਰ ਹੀ ਮਿਲਦਾ ਹੈ। ਇਸ ਕਰਕੇ ਸਿਕਸਥ ਜਿਹੜੀ ਸਟੇਟਮੈਂਟ ਹੈ ਬੱਚਿਓ, ਉਹ ਵੀ ਸਹੀ ਲਿਖੀ ਹੋਈ ਹੈ। ਇਹ ਕੁਝ ਸਟੇਟਮੈਂਟਸ ਨੇ। ਸੈਵਨਥ ਕੁਐਸਚਨ ਦੇ ਵਿੱਚ ਕੀ ਹੈ ਕਿ ਇੱਕ ਲਾਈਨ ਦੇ ਉੱਪਰ 3 ਬਿੰਦੂ ਨੇ, A, B ਤੇ C। ਸਿੱਧ ਕਰਨਾ ਹੈ ਕਿ AB ਜਿਹੜਾ ਪਲੱਸ BC ਹੈ ਉਹ AC ਦੇ ਬਰਾਬਰ ਹੈ। ਤੇ ਬੱਚਿਓ ਇਹਦੇ ਵਿੱਚ ਅਸੀਂ ਕੀ ਲਿਖਾਂਗੇ ਕਿ ਜਿਹੜੇ ਤਿੰਨੋਂ ਪੁਆਇੰਟਸ ਨੇ ਉਹ ਇੱਕੋ ਲਾਈਨ ਦੇ ਉੱਪਰ ਸਥਿਤ ਹਨ। ਜੇਕਰ ਇੱਕ ਰੇਖਾ ਤੇ ਕੋਈ ਵੀ ਬਿੰਦੂ ਸਥਿਤ ਹੁੰਦੇ ਹਨ ਤੇ ਇਹਦਾ ਮਤਲਬ ਹੈ, ਇਹ ਵੀ ਯੂਕਲਿਡ ਦੇ ਹੀ ਕੁਝ ਕਥਨਾਂ ਦੇ ਵਿੱਚੋਂ ਹੈ, ਉਹ ਵਸਤੂਆਂ ਜੋ ਇੱਕ ਦੂਜੇ ਦੇ ਸੰਪਾਤੀ ਹੋਣ, ਇੱਕ ਦੂਜੇ ਦੇ ਬਰਾਬਰ ਵੀ ਹੁੰਦੀਆਂ ਨੇ। ਤੇ ਹੁਣ AB ਜਿਹੜੀ ਲਾਈਨ ਹੈ, ਮੰਨ ਲਓ ਇੱਕ ਲਾਈਨ ਹੈ AB, ਹੁਣ B ਤੋਂ ਫਿਰ ਇੱਕ ਲਾਈਨ ਸ਼ੁਰੂ ਹੋ ਗਈ, B ਦੇ ਨਾਲੋਂ ਹੀ ਸ਼ੁਰੂ ਹੋ ਗਈ C। ਇਹਦਾ ਮਤਲਬ ਹੈ A ਤੋਂ ਲੈ ਕੇ B ਤੱਕ
ਤੇ B ਤੋਂ ਲੈ ਕੇ C ਤੱਕ ਕਿਹੜੀ ਲਾਈਨ ਹੈ? ਸੰਪਾਤੀ ਹੈ। ਤੇ ਉਹ ਵਸਤੂਆਂ ਜੋ ਇੱਕ ਦੂਜੇ ਦੇ ਸੰਪਾਤੀ ਹੋਣ ਉਹ ਆਪਸ ਦੇ ਵਿੱਚ ਬਰਾਬਰ ਵੀ ਹੁੰਦੇ ਨੇ। ਇਸ ਕਰਕੇ AB plus BC is equal to AC। ਬੱਚਿਓ ਇਹਨਾਂ ਕਥਨਾਂ ਨੂੰ ਸਿੱਧ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਯੂਕਲਿਡ ਨੇ ਪਹਿਲੇ ਹੀ ਇਹਨਾਂ ਨੂੰ ਸਿੱਧ ਮਤਲਬ ਬਾਕੀ ਵਿਗਿਆਨੀ ਨੇ ਸਿੱਧ ਕੀਤਾ ਹੋਇਆ ਹੈ। ਯੂਕਲਿਡ ਨੇ ਆਪਣੀ ਕਿਤਾਬ ਦੇ ਵਿੱਚ ਲਿਖ ਦਿੱਤਾ ਹੋਇਆ। ਇਹ ਸਵੈ ਸਿੱਧ ਹੈਗੇ ਨੇ, ਇਹ ਐਗਜ਼ੀਅਮਸ ਨੇ। ਇਹਨਾਂ ਨੂੰ ਅਸੀਂ ਕਹਿੰਦੇ ਆ ਐਗਜ਼ੀਅਮਸ, ਜਿਨ੍ਹਾਂ ਨੂੰ ਅਸੀਂ ਐਜ਼ ਇਟ ਇਜ਼ ਯਾਦ ਹੀ ਕਰਨਾ ਆ। ਇਹਨਾਂ ਨੂੰ ਪ੍ਰੂਫ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਤੇ 7th ਕੁਐਸਚਨ ਦੇ ਵਿੱਚ ਅਸੀਂ ਕੀ ਲਿਖਾਂਗੇ ਕਿ ਜਿਹੜੀ ਇੱਕ ਲਾਈਨ ਲਿਖੋਗੇ ਤੁਸੀਂ, ਉਹ ਵਸਤੂਆਂ ਜੋ ਇੱਕ ਦੂਜੇ ਦੇ ਸੰਪਾਤੀ ਹੋਣ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ। ਇਸ ਕਰਕੇ AB plus BC AC ਦੇ ਬਰਾਬਰ ਹੋਵੇਗਾ। ਅਗਲਾ ਕੁਐਸਚਨ ਕਰਦੇ ਹਾਂ 8th ਕੁਐਸਚਨ। ਬੱਚੋ ਇਹਦੇ ਵਿੱਚ ਪਰਿਭਾਸ਼ਾਵਾਂ ਦੇਣੀਆਂ ਸੀ, ਡੈਫੀਨੇਸ਼ਨਸ ਦੇਣੀਆਂ ਸਮਾਂਤਰ ਰੇਖਾਵਾਂ ਦੀਆਂ। ਪਹਿਲੇ ਕਰ ਦਿੰਦੇ ਹਾਂ। ਹੁਣ ਸਮਾਂਤਰ ਰੇਖਾਵਾਂ ਕੀ ਨੇ? ਤੁਹਾਡੀ ਜਿਹੜੀ ਕਾਪੀ ਹੈ ਪੰਜਾਬੀ ਦੀ ਜਾਂ ਹਿੰਦੀ ਵਾਲੀ 2 ਲਾਈਨਸ ਵਾਲੀ ਕਾਪੀ ਹੁੰਦੀ ਹੈ ਨਾ, ਆਹ ਦੇਖੋ ਲਾਈਨਸ ਇੱਦਾਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਵਿਚਕਾਰਲੀ ਦੂਰੀ ਹੈ ਜਿਹੜੀ ਉਹ ਇੱਕਦਮ ਪੈਰਲਰ ਹੁੰਦੀ ਹੈ, ਸਮਾਨ ਹੁੰਦੀ ਹੈ। ਅਸੀਂ ਕੀ ਕਹਿ ਸਕਦੇ ਹਾਂ? ਪੈਰਲਰ ਲਾਈਨਸ ਉਹ ਹੁੰਦੀਆਂ ਨੇ ਜਿਨ੍ਹਾਂ ਦੀ ਵਿਚਕਾਰਲੀ ਦੂਰੀ ਜਿਹੜੀ ਆ ਉਹ ਸਮਾਨ ਹੁੰਦੀ ਹੈ। ਜਿਵੇਂ ਕਿ 2 ਲਾਈਨਾਂ ਨੇ, ਇਹਨਾਂ ਦੇ ਵਿਚਕਾਰ ਇੱਥੇ ਜਿੰਨਾ ਡਿਸਟੈਂਸ ਹੈਗਾ ਇੱਥੇ ਵੀ ਉਨਾ ਡਿਸਟੈਂਸ ਹੋਏਗਾ, ਇੱਥੇ ਵੀ ਇੰਨਾ ਡਿਸਟੈਂਸ ਹੋਏਗਾ। ਤੇ ਇਹਨੂੰ ਅਸੀਂ ਕਿਹੜੀ ਲਾਈਨ ਫਿਰ ਲਿਖਾਂਗੇ? ਜਿਨ੍ਹਾਂ ਦੀ ਵਿਚਕਾਰਲੀ ਦੂਰੀ ਸਮਾਨ। ਤੇ ਇਹ ਆਪਸ ਵਿੱਚ ਫਿਰ ਕਦੇ ਵੀ ਨਹੀਂ ਮਿਲਣਗੀਆਂ। 2 ਸਮਾਂਤਰ ਰੇਖਾਵਾਂ ਆਪਸ ਵਿੱਚ ਕਦੇ ਵੀ ਨਹੀਂ ਮਿਲਣਗੀਆਂ ਜਿਨ੍ਹਾਂ ਦੇ ਵਿਚਕਾਰਲੀ ਦੂਰੀ ਸਮਾਨ ਹੋਵੇਗੀ। ਅਗਲਾ ਹੈ ਲੰਬ ਰੇਖਾਵਾਂ। ਲੰਬ ਰੇਖਾਵਾਂ ਦੇ ਲਿਖੋ ਕਿ ਜੇਕਰ 2 ਰੇਖਾਵਾਂ ਆਪਸ ਦੇ ਵਿੱਚ ਕੱਟਦੀਆਂ ਨੇ ਤੇ 90 ਡਿਗਰੀ ਦੇ ਕੋਣ ਤੇ ਕੱਟਣ, ਉਹਨਾਂ ਨੂੰ ਅਸੀਂ ਲੰਬ ਰੇਖਾਵਾਂ ਕਹਿੰਦੇ ਹਾਂ। ਕੋਈ 2 ਰੇਖਾਵਾਂ ਹੋ ਸਕਦੀਆਂ ਨੇ ਇਸ ਤਰ੍ਹਾਂ ਦੀਆਂ ਹੋਣ, ਇੱਧਰ ਵਾਲੀ ਡਾਇਰੈਕਸ਼ਨ ਦੇ ਵਿੱਚ ਵੀ 90 ਵਾਲਾ ਕੋਣ ਬਣੇਗਾ, ਇੱਧਰ ਵੀ 90 ਵਾਲਾ ਕੋਣ ਬਣੇਗਾ, ਤੇ ਉਹਨਾਂ ਨੂੰ ਅਸੀਂ ਕਵਾਂਗੇ ਲੰਬ ਰੇਖਾਵਾਂ। 2 ਇਹੋ ਜਿਹੀਆਂ ਲਾਈਨਾਂ ਜਿਹੜੀਆਂ ਆਪਸ ਦੇ ਵਿੱਚ 90 ਡਿਗਰੀ ਦੇ ਉੱਪਰ ਕੱਟਦੀਆਂ ਹਨ। 3rd ਹੈ ਡੈਫੀਨੇਸ਼ਨ, ਚੱਕਰ ਦਾ ਅਰਧ ਵਿਆਸ, ਰੇਡੀਅਸ ਆਫ ਸਰਕਲ। ਬੱਚੋ ਇੱਕ ਚੱਕਰ ਹੈ, ਚੱਕਰ ਅਸੀਂ ਬਣਾਉਂਦੇ ਕਿੱਦਾਂ ਹਾਂ? ਜਿੱਦਾਂ ਅਸੀਂ ਕੰਪਸ ਦੀ ਨੀਡਲ ਤੋਂ ਕੁਝ ਦੂਰੀ ਪ੍ਰਕਾਰ ਨੂੰ ਅਸੀਂ ਖੋਲ੍ਹਦੇ ਹਾਂ ਜਿੰਨਾ, ਫਿਰ ਇੱਕ ਚੱਕਰ ਇੱਦਾਂ ਡਰਾ ਕਰਦੇ ਹਾਂ, ਉਹਨੂੰ ਅਸੀਂ ਚੱਕਰ ਦਾ ਅਰਧ ਵਿਆਸ ਕਿੰਨਾ ਕਵਾਂਗੇ? ਜਿੰਨਾ ਕੇਂਦਰ ਤੋਂ ਲੈ ਕੇ ਚੱਕਰ ਤੱਕ ਦੀ ਦੂਰੀ ਹੈ R, ਉਹ ਹੈ ਚੱਕਰ ਦਾ ਅਰਧ ਵਿਆਸ। ਚੱਕਰ ਦੇ ਕੇਂਦਰ ਤੋਂ ਚੱਕਰ ਦੇ ਘੇਰੇ ਤੱਕ ਦੀ ਦੂਰੀ। ਅੱਜ ਬੱਚਿਓ ਮੇਰੇ ਕੋਲ ਸਕਰੀਨ ਤੇ ਲਿਖਣਾ ਮੁਸ਼ਕਿਲ ਹੋ ਰਿਹਾ ਹੈ, ਤੁਸੀਂ ਬਹੁਤ ਸੋਹਣੀ ਲਿਖਾਈ ਦੇ ਨਾਲ ਆਪਣੀ ਜਿਹੜੀਆਂ ਵਰਕਸ਼ੀਟਸ ਆ ਉਹਨਾਂ ਨੂੰ ਫਿਲ ਕਰਨਾ ਹੈ। 4ਥਾ ਹੈਗਾ ਡੈਫੀਨੇਸ਼ਨ, ਲਾਈਨ ਸੈਗਮੈਂਟ, ਰੇਖਾ ਖੰਡ। ਕੋਈ ਇਹੋ ਜਿਹਾ ਲਾਈਨ ਜਿਹਦੀ ਸਾਨੂੰ ਦੂਰੀ ਪਤਾ ਹੋਵੇ, ਜਿਹਦੀ ਸੀਮਿਤ ਲੰਬਾਈ ਹੋਵੇ, ਜਿਸ ਤਰ੍ਹਾਂ ਜਿਹਦਾ ਅੰਤ ਬਿੰਦੂ, ਸ਼ੁਰੂਆਤ ਵਾਲਾ ਬਿੰਦੂ ਵੀ ਪਤਾ ਸਾਨੂੰ, ਅੰਤ ਵਾਲਾ ਬਿੰਦੂ ਵੀ ਪਤਾ ਹੈ, ਮਤਲਬ ਸੀਮਿਤ ਲੰਬਾਈ। ਇਹ ਦੇਖੋ A ਤੋਂ ਲੈ ਕੇ B ਤੱਕ ਕੀ ਹੈ? ਸਟਾਰਟਿੰਗ ਵਾਲਾ ਬਿੰਦੂ ਵੀ ਹੈ, ਐਂਡ ਵਾਲਾ ਬਿੰਦੂ ਵੀ ਹੈ, ਜਿਹਦੀ ਅਸੀਂ ਲੰਬਾਈ ਮਾਪ ਸਕਦੇ ਹਾਂ। ਮਤਲਬ ਸੀਮਿਤ ਲੰਬਾਈ ਵਾਲੀ ਰੇਖਾ ਨੂੰ ਰੇਖਾ ਖੰਡ ਕਹਿੰਦੇ ਹਨ, ਜਿਸ ਦੀ ਲੰਬਾਈ ਸੀਮਿਤ ਹੁੰਦੀ ਹੈ ਕਿਉਂਕਿ ਉਸ ਦਾ ਸਟਾਰਟਿੰਗ ਵਾਲਾ ਬਿੰਦੂ ਵੀ ਤੇ ਫਾਈਨਲ ਬਿੰਦੂ ਵੀ, ਪੁਆਇੰਟ ਵੀ ਸਾਨੂੰ ਪਤਾ ਹੁੰਦਾ ਹੈ। ਸੀਮਿਤ ਲੰਬਾਈ ਲਾਈਨ ਸੈਗਮੈਂਟ। 9th ਕੁਐਸਚਨ ਦੇਖੋ। 9th ਕੁਐਸਚਨ ਦੇ ਵਿੱਚ ਅਸੀਂ ਪ੍ਰੂਵ ਕਰਨਾ ਆ, ਇੱਕ ਲਾਈਨ ਦੇ ਉੱਪਰ 4 ਬਿੰਦੂ ਲੱਗੇ ਹੋਏ ਨੇ ਤੇ ਅਸੀਂ ਬੱਚਿਓ ਪ੍ਰੂਵ ਕਰਨਾ ਆ ਕਿ ਜਿਹੜਾ AB ਤੇ CD ਹੈਗਾ ਉਹ ਆਪਸ ਦੇ ਵਿੱਚ ਬਰਾਬਰ ਹੈ। ਕੁਐਸਚਨ ਦੇ ਵਿੱਚ 4 ਪੁਆਇੰਟ ਇੱਕੋ ਲਾਈਨ ਦੇ ਉੱਪਰ ਕੋਲੀਨੀਅਰ ਪੁਆਇੰਟਸ ਨੇ ਤੇ ਅਸੀਂ ਪ੍ਰੂਵ ਕਰਨਾ ਕਿ ਇਹ ਜਿਹੜਾ AC ਹੈ ਇਹ BD ਦੇ ਬਰਾਬਰ ਹੈ। ਹੁਣ ਕੱਲਾ AC ਤੱਕ ਡਾਇਗਰਾਮ ਬਣਾਓ, A ਤੋਂ ਲੈ ਕੇ C ਤੱਕ ਡਾਇਗਰਾਮ ਬਣਾਓ, ਵਿਚਕਾਰ ਕੀ ਆ ਰਿਹਾ? B ਆ ਰਿਹਾ। ਫਿਰ B ਤੋਂ ਲੈ ਕੇ D ਤੱਕ ਵੱਖਰਾ ਡਾਇਗਰਾਮ ਬਣਾ ਲਓ, ਉਹਦੇ ਵਿੱਚ ਕੀ ਆ ਰਿਹਾ? C ਆ ਰਿਹਾ। ਹੁਣੇ ਅਸੀਂ ਇੱਕ ਕੁਐਸਚਨ ਕਰਕੇ ਹਟੇ ਹਾਂ, AB plus BC is equal to AC। ਇਹੀ ਚੀਜ਼ ਆਪਾਂ ਇੱਥੇ ਲਗਾਵਾਂਗੇ। ਕੀ ਲਗਾਵਾਂਗੇ
कि सानू दिता होया कि AC जिहड़ा आ वो BD दे बराबर है, जबकि AC ਦੀ ਜਿਹੜੀ ਵੈਲਿਊ ਹੈ ਪਹਿਲੇ ਡਾਇਗਰਾਮ ਦੇ ਵਿੱਚ ਜਿਹੜਾ ਅਸੀਂ ਹੁਣੇ ਬਣਾਇਆ ਉਹਦੇ ਵਿੱਚ ਕੀ ਲਿਖਾਂਗੇ ਅਸੀਂ AC ਨੂੰ ਅਸੀਂ ਲਿਖ ਸਕਦੇ ਹਾਂ AB ਜਮਾ BC, AB ਜਮਾ BC ਲਿਖ ਸਕਦੇ ਹਾਂ। ਇਸੇ ਤਰ੍ਹਾਂ ਬੱਚਿਓ B ਤੇ D ਨੂੰ, B ਤੇ D ਨੂੰ ਅਸੀਂ ਲਿਖ ਸਕਦੇ ਹਾਂ BC ਤੇ CD ਨੂੰ ਪਲੱਸ ਕਰਕੇ। ਹੁਣ AC ਦੀ ਜਗ੍ਹਾ ਤੇ ਇੱਧਰ ਫਿਲ ਕਰ ਦਿਓ, BD ਦੀ ਵੈਲਿਊ ਜਿਹੜੀ ਹੈ ਉਹ ਇੱਥੇ ਫਿਲ ਕਰ ਦਿਓ। ये आ जाएगा AB प्लस BC, क्योंकि ये दोनों बराबर है ना, AC ते BD आपस में बराबर है। जे लैफ्ट हैंड साइड बराबर होंदे बच्चों राइट हैंड साइड भी की होंदे ने आपस में बराबर होंदे ने, ते राइट हैंड साइड नूं आपस में बराबर कर लैंदे आ। हुण उस तो बाद की होएगा BC इधर भी हैगा ते इधर भी हैगा राइट हैंड साइड, तो उन्होंने कट दो, कल्ला की बच गया लैफ्ट हैंड साइड ते, कल्ला AB बच गया, विचकार बराबर का निशान बच गया और राइट हैंड साइड ते CD बचा, उन्होंने लिख लिया। आ गया ना आंसर AB इज इक्वल टू CD। असी की किया बस AC के दो टुकड़े कर ले AB ते BC, इस तरह BD के दो हिस्से किए BC ते CD, दोनों नूं बराबर कर लिया ते आंसर आ गया। यूक्लिड की पंचवीं मूल धारणा की है कि ये समांतर रेखावां लई भी ठीक है। हुण असीं यूक्लिड का 5th पोस्टुलेट बच्चों पढ़ लैंदे हां। 5th पोस्टुलेट की है यूक्लिड का कि जेकर एक लाइन एक रेखाखंड दे एक लाइन आ रही है, इनू थोड़ा जिहा डार्क कर लैंदे हां, किसी होर कलर नाल बच्चों असीं कर लिया। इधर एक रेखा नूं अगर दो लाइनां कटदियां पईयां ने, जिस तरह AB ते CD इस तरीके नाल कटदियां पईयां ने कि जिहड़े अंदर वाले कोण बने, वैसे तो 4 कोण बने हैं ते इक्को दिशा में जिहड़े कोण बन रहे हैं किहड़े कोण जिन्हां दा जोड़ 180 डिग्री तो घट होवे, ते वो जिहड़ियां लाइनां ने पिछे नूं आके देखो इस डायग्राम ते कट रहीआं ने, किसी ना किसी पॉइंट ते आके कट्टणगियां। ये सीगी यूक्लिड की 5वीं मूल धारणा कि जेकर एक लाइन नूं एक सीधी रेखा नूं दो होर लाइनां आके कटदियां पईयां ने, पर किस तरीके नाल कि दोनों का जिहड़ा कोणां दा जोड़ है वो 180 डिग्री तो घट होवे, तां फिर वो लाइनां जरूर एक दूसरे नूं किसी ना किसी पॉइंट ते जाके मिलणगियां। हुण अगर असीं पैरलल लाइनस की गल करिए, उन्होंने अगला क्वेश्चन पूछा कि ये समांतर रेखावां लई भी ठीक है, तो असीं कहांगे बिल्कुल ठीक नहीं है, क्योंकि आ हैगियां दो समांतर रेखावां, एक लाइन इन्हों आके कट्टी, तो हुण समांतर रेखावां होणगियां ते बच्चों ये जिहड़ा अंदर वाले कोण हैगे आ इन्हां दा जोड़ किहदे बराबर आ जाएगा 180 डिग्री के बराबर आऊगा, घट या वध नहीं आऊगा। इधर वाले पासे भी बराबर होएगा, इधर वाले पासे भी इन्हां दा कोण जिहड़ा है वो बराबर होणगे। इकांतर कोण इकांतर नहीं इक्को रेखा दे बने अंदरले कोणां दा जोड़ 180 डिग्री हैगा समांतर रेखावां दे विच, ते फिर ये कती भी नहीं मिलणगियां। पहली सिचुएशन दे विच जरूर मिलणगियां जदों 180 डिग्री तो घट कोण होवे। ये सीगा 5th पोस्टुलेट यूक्लिड की 5वीं मूल धारणा। हुण अगला क्वेश्चन है 11वां, प्लेफेयर स्वै सिद्धता की है। बच्चों एक विज्ञानी के नाम से प्लेफेयर जिहड़ा है ये भी एक स्वै सिद्धता है, मतलब एक्जियम्स हैगा जिहड़ा पहले प्रूफ हैगा एक विज्ञानी के नाम से है। यूक्लिड तो बाद बड़े सारे विज्ञानियों ने जोमैट्री के बारे बड़ियां सारियां गल्लां कीतियां, लेकिन ये एक गणितक सीगा जॉन प्लेफेयर जिन्हें 1729 दे विच एक कथन किया, एक गल कही जिन्हों असीं स्वै सिद्धता कहने एक्जियम्स। वो क्या सीगा कि जेकर एक लाइन होवे, मैं डायग्राम के राही समझा दिंदी हां तुहानूं। एक लाइन है, कोई एक रेखा हैगी है A ते B। हुण रेखा किस तरह बनी है, दो पॉइंट्स नूं मिला के। हुण इस रेखा तो इलावा किते भी होर बच्चों एक पॉइंट ला लैंदे आ, जिवें कि असीं उपर एक पॉइंट लगाता, इहदा नाम रख लिया C। पहले जिहड़े दो पॉइंट सीगे उन्हां दा नाम सीगा A ते B। हुण उपर जिहड़ा पॉइंट है, हुण एक बिंदु दे उपर इहदे विचों दी हो के किन्नियां सारियां रेखावां खिच्चियां जा सकदियां ने, बहुत सारियां अनगिनत। एक पॉइंट तो किन्नियां सारियां रेखावां खिच्चियां जा सकदियां ने, तुसीं जानदे हो, पर एक लाइन इहो जी होएगी जिहड़ी पहली लाइन दे बिल्कुल समांतर होवेगी।
ਇਹ ਸੀਗਾ ਪਲੇਫੇਅਰ ਐਗਜ਼ੀਅਮ। ਇਹਨੂੰ ਅਸੀਂ ਦੂਸਰੇ ਤਰੀਕੇ ਨਾਲ ਵੀ ਕਹਿ ਸਕਦੇ ਹਾਂ ਕਿ ਦੋ ਵੱਖ-ਵੱਖ ਕਾਟਵੀਆਂ ਰੇਖਾਵਾਂ ਇੱਕ ਹੀ ਰੇਖਾ ਦੇ ਸਮਾਂਤਰ ਨਹੀਂ ਹੋ ਸਕਦੀਆਂ। ਕੋਈ ਦੋ ਵੱਖੋ ਵੱਖਰੀਆਂ ਕਾਟਵੀਆਂ ਰੇਖਾਵਾਂ ਇੱਕ ਹੀ ਰੇਖਾ ਦੇ ਸਮਾਂਤਰ ਨਹੀਂ ਹੋ ਸਕਦੀਆਂ। ਜਿਸ ਤਰ੍ਹਾਂ ਇਹ ਦੋ ਕਾਟਵੀਆਂ ਰੇਖਾਵਾਂ ਇੱਦਾਂ ਨੂੰ ਹੈ ਤੇ ਉਹ ਇੱਕ ਦੂਜੇ ਦੇ ਸਮਾਂਤਰ ਤਾਂ ਹੋ ਹੀ ਨਹੀਂ ਸਕਦੀਆਂ, ਠੀਕ ਹੈ। ਲੇਕਿਨ ਇੱਕ ਬਿੰਦੂ ਤੋਂ ਜਦੋਂ ਅਣਗਿਣਤ ਬਿੰਦੂ, ਅਣਗਿਣਤ ਰੇਖਾਵਾਂ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਇੱਕ ਰੇਖਾ ਜਿਹੜੀ ਹੈ ਉਹ ਸਮਾਂਤਰ ਹੋ ਸਕਦੀ ਹੈ, ਬਾਕੀ ਕੋਈ ਵੀ ਰੇਖਾਵਾਂ ਸਮਾਂਤਰ ਨਹੀਂ ਹੋਣਗੀਆਂ। ਹੁਣ ਅਗਲਾ ਕੁਐਸਚਨ ਕਰਦੇ ਹਾਂ ਅਸੀਂ, ਕਿਸੇ ਚੱਕਰ ਨੂੰ ਮੰਨ ਕੇ ਕਿਸੇ ਡੈਸ਼ ਤੋਂ ਇੱਕ ਚੱਕਰ ਖਿੱਚਿਆ ਜਾ ਸਕਦਾ ਹੈ। ਹੁਣੇ ਤੁਸੀਂ ਪੜ੍ਹ ਚੁੱਕੇ ਹੋ, ਬੜੀ ਵਾਰੀ ਸਰਕਲ ਦੇ ਬਾਰੇ ਤੁਸੀਂ ਪੜ੍ਹਿਆ ਹੋਇਆ ਹੈ। ਇਹ ਹੈਗੀ ਹੈ ਤੀਸਰਾ ਪੋਸਟੂਲੇਟ। ਕਿਸੇ ਕੇਂਦਰ ਨੂੰ, ਕਿਸ ਨੂੰ ਮੰਨਣਾ ਸੀ? ਕਿਸੇ ਕੇਂਦਰ ਨੂੰ, ਕਿਸੇ ਨੂੰ ਕੇਂਦਰ ਮੰਨ ਕੇ ਕਿਸੇ ਅਰਧ ਵਿਆਸ ਤੋਂ ਇੱਕ ਚੱਕਰ ਖਿੱਚਿਆ ਜਾ ਸਕਦਾ ਹੈ। ਇਹ ਹੈਗਾ ਯੂਕਲਿਡ ਦਾ ਤੀਸਰਾ ਪੋਸਟੂਲੇਟ। ਤੀਸਰੀ ਮੂਲ ਧਾਰਨਾ, ਕੇਂਦਰ ਜਾਂ ਅਰਧ ਵਿਆਸ। ਇਹਨੂੰ ਅਸੀਂ ਕਵਾਂਗੇ ਸਰਕਲ ਕੈਨ ਬੀ ਡਰਾਨ ਵਿਦ ਐਨੀ ਸੈਂਟਰ ਐਂਡ ਐਨੀ ਰੇਡੀਅਸ। ਇੱਥੇ ਲਿਖੋ ਸੈਂਟਰ, ਇੰਗਲਿਸ਼ ਦੇ ਵਿੱਚ ਸੈਂਟਰ ਤੇ ਰੇਡੀਅਸ ਲਿਖੋਗੇ। ਉਸ ਤੋਂ ਬਾਅਦ ਇੱਕ ਸ਼ਾਂਤ ਰੇਖਾ ਨੂੰ ਅਨਿਸ਼ਚਿਤ ਰੂਪ ਵਿੱਚ ਵਧਾਇਆ ਜਾ ਸਕਦਾ ਹੈ। ਇਹ ਬੱਚੋ ਹੈਗਾ ਦੂਸਰਾ ਪੋਸਟੂਲੇਟ। ਅਨਿਸ਼ਚਿਤ ਰੂਪ ਵਿੱਚ ਮਤਲਬ ਇੱਕ ਸ਼ਾਂਤ ਰੇਖਾ ਆ ਰਹੀ ਹੈ, ਉਹਨੂੰ ਦੋਨੋਂ ਪਾਸੇ ਵਧਾਇਆ ਜਾ ਸਕਦਾ। ਰੇਖਾ ਨੂੰ, ਰੇਖਾ ਖੰਡ ਨਹੀਂ ਲਿਖਿਆ, ਤੇ ਲਿਖਿਆ ਰੇਖਾ। ਉਹਨੂੰ ਅਸੀਂ ਕੀ ਲਿਖਾਂਗੇ ਇੱਥੇ? ਅਨਿਸ਼ਚਿਤ ਰੂਪ। ਅਨਿਸ਼ਚਿਤ ਰੂਪ ਵਿੱਚ, ਅਨਿਸ਼ਚਿਤ ਸਪੈਲਿੰਗ ਦੁਬਾਰਾ ਦੇਖ ਲਓ ਇਹਦੇ ਵਿੱਚ ਅਸੀਂ ਲਿਖਾਂਗੇ ਅਨਿਸ਼ਚਿਤ ਰੂਪ ਵਿੱਚ ਵਧਾਇਆ ਜਾ ਸਕਦਾ ਹੈ। ਇਹ ਹੈਗਾ ਸਾਡੇ ਕੋਲ ਮੂਲ ਧਾਰਨਾ ਦੂਸਰੀ। ਦੋ ਵੱਖ-ਵੱਖ ਕਾਟਵੀਆਂ ਰੇਖਾਵਾਂ ਇੱਕ ਹੀ ਰੇਖਾ ਦੇ ਸਮਾਂਤਰ ਨਹੀਂ ਹੋ ਸਕਦੀਆਂ। ਬਿਲਕੁਲ ਠੀਕ ਹੈ। ਇਹ ਕਿਹੜਾ ਸੀਗਾ? ਪਲੇਫੇਅਰ ਐਗਜ਼ੀਅਮ, ਕਿ ਦੋ ਵੱਖ-ਵੱਖ ਕਾਟਵੀਆਂ ਰੇਖਾਵਾਂ ਇੱਕ ਹੀ ਰੇਖਾ ਦੇ ਸਮਾਂਤਰ ਨਹੀਂ ਹੋ ਸਕਦੀਆਂ। ਇਹ ਸੀਗੀ ਬੱਚੋ ਅੱਜ ਦੀ ਸਾਡੀ ਵਰਕਸ਼ੀਟ, ਜਿਹਦੇ ਵਿੱਚ ਅਸੀਂ 5th ਚੈਪਟਰ ਨੂੰ ਸਟੱਡੀ ਕੀਤਾ। ਹੁਣ ਅਸੀਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ। ਬਾਏ ਬਾਏ।